सत श्री अकाल जी सारिਆਂ ਨੂੰ। मैं डॉक्टर जोगिंदर सिंह हैड डिपार्टमेंट ऑफ पोलिटिकल साइंस अकाल डिग्री कॉलेज मस्तूआणा साहब जिला संगरूर तुहाडा सारिਆਂ ਦਾ स्वागत करता हाँ। अपने इस वीडियो लैक्चर ਦੇ ਵਿੱਚ ਆਪਾਂ चर्चा करांगे कि तुलनात्मक विधि कंपैरेटिव मैथड ਜਿਹੜਾ ਅਸੀਂ ਕੰਪੈरेटिव ਪੋਲਿਟਿਕਸ ਦੇ ਅਧਿਐਨ ਦੇ ਲਈ ਵਰਤਦੇ ਹਾਂ ਉਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ। ਪਹਿਲੀ ਵਿਸ਼ੇਸ਼ਤਾ ਕਹੀ ਜਾ ਸਕਦੀ ਹੈ ਕਿ ਇਹ ਤੱਥਾਂ ਦੇ ਵਿੱਚ ਸੰਬੰਧ ਖੋਜਣ ਦੀ ਵਿਧੀ ਹੈ। ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ ਦੋ ਵੱਖੋ ਵੱਖਰੀਆਂ ਰਾਜਨੀਤਿਕ ਪ੍ਰਣਾਲੀਆਂ ਦਾ ਤਾਂ ਹਰ ਪ੍ਰਣਾਲੀ ਦੇ ਵਿੱਚ ਕੁਝ ਤੱਥ ਕਾਮਨ ਹੁੰਦੇ ਨੇ, ਕੁਝ ਤੱਥ ਡਿਫਰੈਂਟ ਹੁੰਦੇ ਨੇ। ਇਹ ਕਿਸ ਤੱਥ ਦਾ ਕਿਸ ਵਰਤਾਰੇ ਨਾਲ ਕੀ ਸੰਬੰਧ ਹੈ ਉਹਨਾਂ ਦੇ ਸੰਬੰਧਾਂ ਨੂੰ ਖੋਜਣ ਦੀ ਇਹ ਵਿਧੀ ਹੈ, ਪਰ ਇਸ ਦੇ ਨਾਲ ਮਾਪਿਆ ਨਹੀਂ ਜਾ ਸਕਦਾ। ਸੰਬੰਧ ਕਿੰਨਾ ਕੁ ਹੈ ਉਸ ਨੂੰ ਮਾਪਣਾ ਸੰਭਵ ਨਹੀਂ ਹੈ, ਖੋਜਿਆ ਜਾ ਸਕਦਾ ਹੈ। ਜਿਵੇਂ ਕਿ ਅਸੀਂ ਪਾਣੀ ਦੇ ਠੰਡਾ ਜਾਂ ਗਰਮ ਹੋਣ ਬਾਰੇ, ਗਰਮ ਜਾਂ ਬਹੁਤ ਗਰਮ ਹੋਣ ਬਾਰੇ ਅੰਦਾਜ਼ਾ ਲਾਉਂਦੇ ਹਾਂ। ਚਾਹ ਪੀਣ ਤੋਂ ਪਹਿਲਾਂ ਅਸੀਂ ਚਾਹ ਦਾ ਕੱਪ ਦੇਖ ਕੇ ਅੰਦਾਜ਼ਾ ਲਾਉਂਦੇ ਹਾਂ ਹੱਥ ਲਾ ਕੇ ਕਿ ਚਾਹ ਕਿੰਨੀ ਕੁ ਗਰਮ ਹੈ, ਪਰ ਅਸੀਂ ਕਿਸੇ ਥਰਮਾਮੀਟਰ ਦੀ ਵਰਤੋਂ ਨਹੀਂ ਕਰਦੇ। ਅਸੀਂ ਇਹ ਨਹੀਂ ਦੇਖਦੇ ਕਿ ਇਹ ਕਿੰਨੇ ਡਿਗਰੀ ਸੈਲਸੀਅਸ ਹੈ, ਕਿੰਨੇ ਡਿਗਰੀ ਫਾਰਨਹੀਟ ਹੈ। ਅਸੀਂ ਇੱਕ ਕਾਮਨ ਸੈਂਸ ਦੇ ਆਧਾਰ 'ਤੇ ਇਹ ਸੋਚ ਲੈਂਦੇ ਹਾਂ ਕਿ ਚਾਹ ਗਰਮ ਹੈ, ਚਾਹ ਪੀਣ ਵਾਲੀ ਹੈ, ਚਾਹ ਠੰਡੀ ਹੋ ਗਈ ਹੈ। ਇਸੇ ਤਰ੍ਹਾਂ ਬਿਨਾਂ ਕਿਸੇ ਮੀਟਰ ਤੋਂ, ਬਿਨਾਂ ਕਿਸੇ ਮਾਪਣ ਦੀ ਇਕਾਈ ਤੋਂ ਕੰਪੈਰੇਟਿਵ ਮੈਥਡ ਪੋਲੀਟੀਕਲ ਸਾਇੰਸ ਦੇ, ਕੰਪੈਰੇਟਿਵ ਪੋਲਿਟਿਕਸ ਦੇ ਵੱਖੋ ਵੱਖਰੇ ਜਿਹੜੇ ਵੇਰੀਏਬਲਸ ਨੇ ਉਹਨਾਂ ਦੇ ਵਿੱਚ ਸੰਬੰਧ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਖੋਜਣ ਦੀ ਕੋਸ਼ਿਸ਼ ਕਰਦਾ ਹੈ ਇਹ ਮੈਥਡ। ਜਿਵੇਂ ਕਿ ਰਾਜਨੀਤਿਕ ਸੱਭਿਆਚਾਰ ਦਾ ਕੀ ਪ੍ਰਭਾਵ ਹੈ ਰਾਜਨੀਤੀ ਤੇ ਅਪਰਾਧੀਕਰਨ ਦੇ ਗੱਠਜੋੜ ਦੇ ਵਿੱਚ। ਕਿਸ ਤਰ੍ਹਾਂ ਦੇ ਰਾਜਨੀਤਿਕ ਸੱਭਿਆਚਾਰ ਦੇ ਵਿੱਚ ਅਪਰਾਧੀ ਨੇ ਜਿਹੜੇ ਪੋਲੀਟੀਸ਼ੀਅਨ ਬਣਦੇ ਨੇ, ਪੋਲੀਟੀਸ਼ੀਅਨ ਨੇ ਜਿਹੜੇ ਅਪਰਾਧੀ ਬਣਦੇ ਨੇ। ਕਿਸ ਤਰ੍ਹਾਂ ਦੇ ਰਾਜਨੀਤਿਕ ਸੱਭਿਆਚਾਰ ਦੇ ਵਿੱਚ ਇਹ ਵਰਤਾਰਾ ਸਾਨੂੰ ਘੱਟ ਦੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਇਹ ਸੰਬੰਧ ਖੋਜਣ ਦੀ ਕੋਸ਼ਿਸ਼ ਕਰਦਾ ਹੈ, ਪਰੰਤੂ ਇਹਦੇ ਨਾਲ ਸੰਬੰਧਾਂ ਦੀ ਮਿਣਤੀ ਨਹੀਂ ਕੀਤੀ ਜਾ ਸਕਦੀ। ਇਹ ਆਗਮਨੀ ਤਰਕ ਵਿਧੀ ਪ੍ਰਦਾਨ ਕਰਦਾ ਹੈ ਜਿਹੜਾ ਮੈਥਡ ਹੈ। ਇੰਡਕਟਿਵ ਮੈਥਡ ਆਫ ਰੀਜ਼ਨਿੰਗ ਇਹ ਪ੍ਰੋਵਾਈਡ ਕਰਦਾ ਹੈ। ਰੀਜ਼ਨਿੰਗ ਜਾਂ ਤਰਕ ਤੱਕ ਪਹੁੰਚਣ ਦੇ ਲਈ ਸਾਡੇ ਕੋਲ ਦੋ ਰਸਤੇ ਨੇ, ਇੰਡਕਟਿਵ ਮੈਥਡ ਤੇ ਡਿਡਕਟਿਵ ਮੈਥਡ। ਇਹ ਇੰਡਕਟਿਵ ਮੈਥਡ ਹੈ। ਇੰਡਕਟਿਵ ਵਿਧੀ ਤੇ ਇਹ ਆਧਾਰਿਤ ਹੈ। ਇਸ ਅਧੀਨ ਇਹ ਤਰਕ ਵਿਧੀ ਹੈ ਜਿਹੜੀ, ਇਸ ਅਧੀਨ ਕੁਝ ਵਿਸ਼ੇਸ਼ ਕੇਸਾਂ ਦਾ ਅਧਿਐਨ ਕਰਕੇ ਫਿਰ ਉਹਨਾਂ ਦਾ ਸਧਾਰਨੀਕਰਨ ਕੀਤਾ ਜਾਂਦਾ ਹੈ। ਜਿਵੇਂ ਅਸੀਂ ਕਿਸੇ ਪਿੰਡ ਦੇ ਲੋਕਾਂ ਨੂੰ ਮਿਲਦੇ ਹਾਂ, ਕਿਸੇ ਪਿੰਡ ਦੇ ਸਾਨੂੰ 5 ਲੋਕ ਮਿਲਦੇ ਹਨ, ਪੰਜੋਂ ਹੀ ਗ੍ਰੈਜੂਏਟ ਹਨ, ਤਾਂ ਅਸੀਂ ਜਨਰਲਾਈਜ਼ ਕਰ ਲੈਂਦੇ ਹਾਂ ਇਸ ਵਰਤਾਰੇ ਨੂੰ ਕਿ ਇਹ ਪਿੰਡ ਪੜ੍ਹੇ ਲਿਖੇ ਲੋਕਾਂ ਦਾ ਪਿੰਡ ਹੈ। ਜੇ ਕਿਸੇ ਪਿੰਡ ਦੇ ਸਾਨੂੰ 5 ਲੋਕ ਮਿਲਦੇ ਹਨ, ਪੰਜੋਂ ਹੀ ਅਨਪੜ੍ਹ ਹਨ, ਤਾਂ ਅਸੀਂ ਜਨਰਲਾਈਜ਼ ਕਰ ਲੈਂਦੇ ਹਾਂ ਕਿ ਇਹ ਪਿੰਡ ਅਨਪੜ੍ਹ ਲੋਕਾਂ ਦਾ ਪਿੰਡ ਹੈ। ਮਤਲਬ ਕੁਝ ਕੇਸਾਂ ਨੂੰ ਦੇਖ ਕੇ ਅਸੀਂ ਬਾਕੀ ਸਾਰੇ ਉਸ ਸੈੱਟ 'ਤੇ ਜਦੋਂ ਕਿਸੇ ਰਿਜ਼ਲਟ ਨੂੰ ਅਪਲਾਈ ਕਰਦੇ ਹਾਂ ਉਸ ਨੂੰ ਇੰਡਕਟਿਵ ਮੈਥਡ ਜਾਂ ਆਗਮਨੀ ਤਰਕ ਵਿਧੀ ਕਿਹਾ ਜਾਂਦਾ ਹੈ। ਪੋਲੀਟੀਕਲ ਸਾਇੰਸ ਦੇ ਵਿੱਚ, ਕੰਪੈਰੇਟਿਵ ਪੋਲਿਟਿਕਸ ਦੇ ਵਿੱਚ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਅਸੀਂ ਲੈ ਸਕਦੇ ਹਾਂ। ਜਿਵੇਂ ਦੋ ਸਟੇਟਾਂ ਹਨ, ਊੜਾ ਅਤੇ ਸੱਸਾ। ਇਹਨਾਂ ਰਾਜਾਂ ਦੇ ਵਿੱਚ ਧਾਰਮਿਕ ਕੱਟੜਵਾਦ ਹੈ ਅਤੇ ਦੋਨਾਂ ਹੀ ਰਾਜਾਂ ਦੇ ਵਿੱਚ ਰਾਜਨੀਤਿਕ ਅਸਥਿਰਤਾ ਵੀ ਹੈ, ਦੰਗੇ ਫਸਾਦ ਹੁੰਦੇ ਰਹਿੰਦੇ ਹਨ। ਤਾਂ ਅਸੀਂ ਇਸ ਚੀਜ਼ ਨੂੰ ਜਨਰਲਾਈਜ਼ ਕਰ ਸਕਦੇ ਹਾਂ ਕਿ ਧਾਰਮਿਕ ਕੱਟੜਵਾਦ ਰਾਜਨੀਤਿਕ ਅਸਥਿਰਤਾ ਨੂੰ ਜਨਮ ਦਿੰਦਾ ਹੈ। ਇਸ ਲਈ ਜਿਸ ਕਿਸੇ ਰਾਜ ਦੇ ਵਿੱਚ ਵੀ ਧਾਰਮਿਕ ਕੱਟੜਵਾਦ ਹੋਵੇਗਾ ਉੱਥੇ ਰਾਜਨੀਤਿਕ ਅਸਥਿਰਤਾ ਜਾਂ ਬਣੀ ਹੋਈ ਹੋਵੇਗੀ ਜਾਂ ਬਣਨ ਦੇ ਅਸਾਰ ਬਣੇ ਰਹਿਣਗੇ। ਫਿਰ ਅਸੀਂ ਕਿਸੇ ਹੋਰ ਰਾਜ ਬਾਰੇ ਸੁਣਦੇ ਹਾਂ ਕਿ ਇੱਕ ਹੋਰ ਰਾਜ ਹੈ, ਰਾਜ ਕੱਕਾ, ਉਸ ਰਾਜ ਦੇ ਵਿੱਚ ਧਾਰਮਿਕ ਕੱਟੜਵਾਦ ਹੈ। ਅਸੀਂ ਇਸ ਜਨਰਲਾਈਜੇਸ਼ਨ ਨੂੰ ਉਸ ਰਾਜ 'ਤੇ ਇੰਪੋਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਸ ਰਾਜ ਦੇ ਵਿੱਚ ਰਾਜਨੀਤਿਕ ਅਸਥਿਰਤਾ ਵੀ ਹੋਵੇਗੀ, ਪੋਲੀਟੀਕਲ ਇਨਸਟੇਬਿਲਿਟੀ ਵੀ ਹੋਵੇਗੀ, ਜਾਂ ਉਹ ਕਦੇ ਵੀ ਆ ਸਕਦੀ ਹੈ, ਐਮਰਜ ਹੋ ਸਕਦੀ ਹੈ। ਅਤੇ ਇਹ ਥੋੜ੍ਹੇ ਕੇਸਾਂ ਦੇ ਅਧਿਐਨ ਦੇ ਲਈ ਢੁਕਵੀਂ ਵਿਧੀ ਹੈ। ਅਸੀਂ ਕੰਪੈਰੇਟਿਵ ਮੈਥਡ ਦੀਆਂ ਜਿਹੜੀਆਂ ਅਰਥ ਹੈ ਉਹਦੇ ਵਿੱਚ ਦੇਖਿਆ ਹੈ ਕਿ ਕਈ ਵਿਧੀਆਂ ਨੇ ਜਿਹੜੀਆਂ ਅਧਿਐਨ ਕਰਨ ਦੇ ਲਈ ਵਰਤੀਆਂ ਜਾ ਸਕਦੀਆਂ ਹਨ ਸੋਸ਼ਲ ਸਾਇੰਸਿਸ ਦੇ ਵਿੱਚ। ਇਹਨਾਂ ਦੇ ਵਿੱਚ ਇੱਕ ਵਿਧੀ ਹੈ ਅੰਕੜਾ ਵਿਧੀ, ਸਟੈਟਿਸਟੀਕਲ ਮੈਥਡ। ਸਟੈਟਿਸਟੀਕਲ ਮੈਥਡ ਉੱਥੇ ਜ਼ਿਆਦਾ ਇਫੈਕਟਿਵ ਹੈ ਜਿੱਥੇ ਕੇਸਾਂ ਦੀ ਗਿਣਤੀ ਕਾਫੀ ਜ਼ਿਆਦਾ ਹੋਵੇ। ਉਹਨਾਂ ਦੀ ਫਿਰ ਐਵਰੇਜ ਹੈ ਜਿਹੜਾ ਉਹਦਾ ਰਿਜ਼ਲਟ ਕੱਢਿਆ ਜਾਂਦਾ ਹੈ। ਜਦੋਂ ਅਸੀਂ ਇੱਕ ਕੇਸ ਦਾ ਹੀ ਅਧਿਐਨ ਕਰਦੇ ਹਾਂ ਉਸ ਨੂੰ ਕੇਸ ਸਟੱਡੀ ਵਿਧੀ, ਕੇਸ ਸਟੱਡੀ ਮੈਥਡ ਕਿਹਾ ਜਾਂਦਾ ਹੈ। ਅਤੇ ਜਦੋਂ ਕੇਸ ਦਾ ਅਰਥ ਇੱਕ ਸਟੇਟ ਹੋਵੇ ਤਾਂ ਨੈਚੁਰਲ ਹੈ ਕਿ ਸਾਨੂੰ ਬਹੁਤ ਸਾਰੇ ਕੇਸ ਨਹੀਂ ਮਿਲਣਗੇ।
ਇਸ ਲਈ ਕੇਸਾਂ ਦੀ ਗਿਣਤੀ ਸੀਮਿਤ ਰਹਿਣਾ ਸੁਭਾਵਿਕ ਹੁੰਦਾ। ਕੰਪੈਰੀਟਿਵ ਪੋਲਿਟਿਕਸ ਦੇ ਵਿੱਚ ਕੇਸ ਦਾ ਅਰਥ ਹੈ ਇੱਕ ਸਟੇਟ। ਇਸ ਲਈ ਕੰਪੈਰੀਟਿਵ ਪੋਲਿਟਿਕਸ ਦੇ ਵਿੱਚ ਕੇਸਾਂ ਦੀ ਗਿਣਤੀ ਥੋੜ੍ਹੀ ਹੁੰਦੀ ਹੈ, ਸੀਮਿਤ ਹੁੰਦੀ ਹੈ। ਇਸ ਕਰਕੇ ਕੰਪੈਰੀਟਿਵ ਮੈਥਡ ਇਹਦੇ ਲਈ ਬੈਸਟ ਮੈਥਡ ਹੈ। ਇਹਦੇ ਲਈ ਅੰਕੜਾ ਵਿਧੀ ਵੀ ਠੀਕ ਨਹੀਂ ਹੈ ਕਿਉਂਕਿ ਕੇਸ ਥੋੜ੍ਹੇ ਹੁੰਦੇ ਹਨ। ਇਹਦੇ ਲਈ ਕੇਸ ਸਟੱਡੀ ਵਿਧੀ ਦੀ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਸਿੰਗਲ ਕੇਸ ਵੀ ਨਹੀਂ ਹੁੰਦਾ, ਇੱਕ ਤੋਂ ਜ਼ਿਆਦਾ ਕੇਸ ਹੁੰਦੇ ਹਨ। ਅਤੇ ਅਗਲੀ ਇਹਦੀ ਵਿਸ਼ੇਸ਼ਤਾ ਹੈ ਕਿ ਤੁਲਨਾਤਮਕ ਰਾਜਨੀਤੀ ਅਤੇ ਅੰਤਰਰਾਸ਼ਟਰੀ ਰਾਜਨੀਤੀ ਦੋਹਾਂ ਦੇ ਲਈ ਇਹ ਢੁਕਵੀਂ ਵਿਧੀ ਹੈ ਕਿਉਂਕਿ ਦੋਹਾਂ ਦੇ ਵਿੱਚ ਹੀ ਜਿਹੜੇ ਕੇਸ ਨੇ ਉਹਨਾਂ ਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ ਹੈ, ਕੰਪੈਰੀਟਿਵ ਪੋਲਿਟਿਕਸ ਦੇ ਵਿੱਚ ਵੀ, ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਵੀ। ਇਸ ਲਈ ਦੂਸਰੀਆਂ ਵਿਧੀਆਂ ਸਪੈਸ਼ਲੀ ਸਟੈਟਿਸਟੀਕਲ ਮੈਥਡ ਦੀ ਬਜਾਏ ਕੰਪੈਰੀਟਿਵ ਮੈਥਡ ਜ਼ਿਆਦਾ ਢੁਕਵਾਂ ਹੈ। ਜਿਵੇਂ ਇੱਥੇ ਅਸੀਂ ਇੱਕ ਐਗਜ਼ਾਮਪਲ ਲੈਂਦੇ ਹਾਂ ਕਿ ਜਿਹੜੀਆਂ ਪੋਸਟ ਕਮਿਊਨਿਸਟ ਪੋਲੀਟੀਕਲ ਸਿਸਟਮਸ ਨੇ ਉਹਨਾਂ ਦੀ ਇਸ ਟਾਈਮ ਕਿਸ ਤਰ੍ਹਾਂ ਦੀ ਵਰਕਿੰਗ ਹੈ, ਡੈਮੋਕ੍ਰੇਸੀ ਪੂਰੀ ਤਰ੍ਹਾਂ ਇਸਟੈਬਲਿਸ਼ ਹੋ ਗਈ ਹੈ ਜਾਂ ਨਹੀਂ, ਹਿਊਮਨ ਰਾਈਟਸ ਦਾ ਉੱਥੇ ਕੀ ਸਟੇਟਸ ਹੈ, ਇਕੋਨਮੀ ਦਾ ਕੀ ਸਟੇਟਸ ਹੈ, ਪੱਧਰ ਹੈ। ਸਾਨੂੰ ਇਸ ਤਰ੍ਹਾਂ ਦੇ ਸੈਂਕੜੇ ਕੇਸ ਨਹੀਂ ਮਿਲ ਸਕਦੇ, ਕੁਝ ਗਿਣਤੀ ਦੇ ਕੇਸ ਮਿਲ ਸਕਦੇ ਹਨ। ਇਸ ਲਈ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਇਸ ਤਰ੍ਹਾਂ ਦੇ ਬਿਹੇਵੀਅਰ ਦਾ ਅਧਿਐਨ ਕਰਨ ਦੇ ਲਈ ਸਾਨੂੰ ਕੰਪੈਰੀਟਿਵ ਮੈਥਡ ਯੂਜ਼ ਕਰਨਾ ਜ਼ਿਆਦਾ ਕਾਰਗਰ ਸਿੱਧ ਹੁੰਦਾ ਹੈ। ਅਤੇ ਇਹ ਸਿਸਟਮੈਟਿਕ ਸਟੱਡੀ ਦਾ ਇੱਕ ਵਿਧੀ ਹੈ, ਤਰਤੀਬਵਾਰ ਅਧਿਐਨ ਹੈ। ਤਰਤੀਬਵਾਰਤਾ ਦਾ ਮੀਨਿੰਗ ਹੈ ਕਿ ਅੱਜ ਜਿਹੜਾ ਵੀ ਕੋਈ ਰਿਸਰਚਰ ਰਿਸਰਚ ਕਰ ਰਿਹਾ ਹੈ ਕਿਸੇ ਵਿਸ਼ੇ 'ਤੇ, ਕਿਸੇ ਵਰਤਾਰੇ 'ਤੇ, ਉਹ ਪਹਿਲਾਂ ਦੇਖਦਾ ਕਿ ਹੁਣ ਤੱਕ ਇਸ ਵਿਸ਼ੇ 'ਤੇ ਕੀ ਰਿਸਰਚ ਹੋ ਚੁੱਕੀ ਹੈ, ਕੀ ਰਿਜ਼ਲਟ ਆ ਚੁੱਕੇ ਹਨ। ਉਹ ਜਾਂ ਤਾਂ ਪੁਰਾਣੇ ਰਿਜ਼ਲਟਾਂ ਨੂੰ ਚੈਲੰਜ ਕਰਦਾ ਹੈ, ਉਹਨਾਂ ਦੀ ਵੈਲਿਡਿਟੀ ਚੈੱਕ ਕਰਦਾ ਹੈ, ਜਾਂ ਫਿਰ ਉਹਨਾਂ ਨੂੰ ਸਹੀ ਮੰਨ ਕੇ ਇੱਕ ਸਟੈਪ ਗਿਆਨ ਦੇ ਖੇਤਰ ਦੇ ਵਿੱਚ ਹੋਰ ਜੋੜਨ ਦੀ ਕੋਸ਼ਿਸ਼ ਕਰਦਾ ਹੈ। ਜਿਵੇਂ ਅਸੀਂ ਨੈਚੁਰਲ ਸਾਇੰਸਿਸ ਦੇ ਵਿੱਚੋਂ ਇਸ ਦੀ ਐਗਜ਼ਾਮਪਲ ਲਈਏ ਤਾਂ ਕਿਸੇ ਨੇ ਸੈਂਕੜੇ ਸਾਲ ਪਹਿਲਾਂ ਇੱਕ ਸਿਧਾਂਤ ਦਿੱਤਾ ਕਿ ਧਰਤੀ ਦੇ ਵਿੱਚ ਗੁਰੂਤਾ ਆਕਰਸ਼ਣ ਹੈ, ਗ੍ਰੈਵਿਟੀ ਹੈ, ਇਸ ਲਈ ਧਰਤੀ ਹਰ ਚੀਜ਼ ਨੂੰ ਆਪਣੇ ਵੱਲ ਖਿੱਚਦੀ ਹੈ। ਅਤੇ ਫਿਰ ਕਿਸੇ ਨੇ ਇਹ ਰਿਸਰਚ ਕੀਤੀ ਕਿ ਇੱਕ ਥਾਂ 'ਤੇ ਜਾ ਕੇ ਧਰਤੀ ਦਾ ਗੁਰੂਤਾ ਆਕਰਸ਼ਣ ਖਤਮ ਹੋ ਜਾਂਦਾ ਹੈ। ਫਿਰ ਕਿਸੇ ਨੇ ਰਿਸਰਚ ਕੀਤੀ ਕਿ ਜੇ ਕਿਸੇ ਅਸੀਂ ਇੰਸਟਰੂਮੈਂਟ ਨੂੰ ਉੱਥੇ ਤੱਕ ਪਹੁੰਚਾ ਦਈਏ ਤਾਂ ਉਹਨੇ ਕਦੇ ਹੇਠਾਂ ਨਹੀਂ ਗਿਰਨਾ, ਉਹਨੇ ਉੱਥੇ ਹੀ ਘੁੰਮਦੇ ਰਹਿਣਾ ਹੈ ਜੋ ਵੀ ਉਹਨੂੰ ਸਪੀਡ ਅਸੀਂ ਦੇਤੀ। ਅਤੇ ਫਿਰ ਕਿਸੇ ਨੇ ਰਿਸਰਚ ਕੀਤੀ ਕਿ ਜੇ ਉੱਥੇ ਅਸੀਂ ਕੋਈ ਟਰਾਂਸਮੀਟਰ ਲਾ ਦਈਏ ਤਾਂ ਅਸੀਂ ਮੋਬਾਈਲ ਫੋਨ ਯੂਜ਼ ਕਰ ਸਕਦੇ ਹਾਂ, ਅਤੇ ਅੱਜ ਮੋਬਾਈਲ ਫੋਨ ਸਾਡੇ ਹਰ ਕਿਸੇ ਦੀ ਜੇਬ 'ਚ ਹੈ। ਭਾਵ ਸਾਇੰਸ ਦਾ ਜਿਹੜਾ ਇੱਕ ਨਿਯਮ ਹੈ ਕਿ ਸਾਇੰਸ ਸਟੈਪ ਵਾਈਜ਼ ਸਟੈਪ ਚੱਲਦੀ ਹੈ। ਜਿਹੜਾ ਅੱਜ ਦਾ ਕੋਈ ਸਾਇੰਟਿਸਟ ਹੈ, ਚਾਹੇ ਉਹ ਪੋਲੀਟਿਕਸ 'ਚ ਹੋਵੇ, ਚਾਹੇ ਉਹ ਫਿਜ਼ਿਕਸ ਦੇ ਵਿੱਚ ਹੋਵੇ, ਉਹ ਜਾਂ ਤਾਂ ਪੁਰਾਣੇ ਸਿਧਾਂਤਾਂ ਨੂੰ ਚੈਲੰਜ ਕਰਦਾ ਹੈ ਜੇ ਉਹਨੂੰ ਕਿਤੇ ਕਮੀ ਦਿਸਦੀ ਹੈ, ਜਾਂ ਫਿਰ ਉਹਨਾਂ ਨੂੰ ਸਹੀ ਮੰਨ ਕੇ ਅਗਲਾ ਸਟੈਪ ਜੋੜਨ ਦੀ ਕੋਸ਼ਿਸ਼ ਕਰਦਾ ਹੈ ਗਿਆਨ ਦਾ। ਕੰਪੈਰੀਟਿਵ ਮੈਥਡ ਵੀ ਇਸੇ ਤਰ੍ਹਾਂ ਦੀ ਵਿਧੀ ਹੈ। ਕੰਪੈਰੀਟਿਵ ਮੈਥਡ ਦੇ ਵਿੱਚ ਸਿਧਾਂਤ ਨਿਰਮਾਣ ਸੰਭਵ ਹੈ, ਕੋਈ ਥਿਊਰੀ ਬਿਲਡ ਕੀਤੀ ਜਾ ਸਕਦੀ ਹੈ। ਇਸ ਦਾ ਓਬਜੈਕਟਿਵ ਹੀ ਸਿਧਾਂਤ ਨਿਰਮਾਣ ਹੁੰਦਾ ਹੈ। ਜਦੋਂ ਕਿਸੇ ਦੋ ਰਾਜਾਂ ਦਾ ਅਸੀਂ ਕੰਪੈਰੀਜ਼ਨ ਕਰਦੇ ਹਾਂ ਤਾਂ ਅਸੀਂ ਕਿਸੇ ਨਤੀਜੇ 'ਤੇ ਪਹੁੰਚਦੇ ਹਾਂ। ਜਿਵੇਂ ਅਸੀਂ ਇੱਕ ਨਤੀਜੇ 'ਤੇ ਪਹੁੰਚੇ ਕਿ ਜਿਹੜੇ ਰਾਜ ਬਸਤੀਵਾਦ ਦਾ ਸ਼ਿਕਾਰ ਰਹੇ ਨੇ, ਗੁਲਾਮੀ ਦਾ ਸ਼ਿਕਾਰ ਰਹੇ ਨੇ, ਉੱਥੇ ਕ੍ਰਿਮੀਨਲਾਂ ਅਤੇ ਪੋਲੀਟੀਸ਼ੀਅਨ ਦਾ ਗੱਠਜੋੜ ਬਣਨ ਦੇ ਚਾਂਸ ਜ਼ਿਆਦਾ ਹੁੰਦੇ ਨੇ, ਆਸਾਰ ਜ਼ਿਆਦਾ ਹੁੰਦੇ ਨੇ। ਫਿਰ ਅਸੀਂ ਕਿਸੇ ਹੋਰ ਰਾਜ 'ਤੇ ਇਸ ਤਰ੍ਹਾਂ ਦਾ ਅਧਿਐਨ ਕਰਦੇ ਹਾਂ, ਫਿਰ ਕਿਸੇ ਹੋਰ 'ਤੇ ਕਰਦੇ ਹਾਂ। ਜਦੋਂ ਹਰ ਕਿਤੇ ਉਹੀ ਰਿਜ਼ਲਟ ਸਾਨੂੰ ਸਾਹਮਣੇ ਆਉਂਦੇ ਨੇ ਤਾਂ ਫਿਰ ਇਹ ਇੱਕ ਪ੍ਰਿੰਸੀਪਲ ਬਣ ਜਾਂਦਾ ਹੈ, ਇੱਕ ਥਿਊਰੀ ਬਣ ਜਾਂਦੀ ਹੈ, ਇੱਕ ਸਿਧਾਂਤ ਬਣ ਜਾਂਦਾ ਹੈ ਕਿ ਬਸਤੀਵਾਦੀ ਇਤਿਹਾਸ ਹੈ ਜਿਹੜਾ ਉਹ ਰਾਜਾਂ ਦੇ ਵਿੱਚ ਕਰਪਸ਼ਨ ਦਾ, ਕ੍ਰਿਮੀਨਲ ਅਤੇ ਪੋਲੀਟੀਸ਼ੀਅਨ ਦੇ ਗੱਠਜੋੜ ਦਾ ਇੱਕ ਕਾਰਨ ਹੈ। ਅਤੇ ਪ੍ਰਚਲਿਤ ਸਿਧਾਂਤਾਂ ਦੀ ਪੁਸ਼ਟੀ ਵੀ ਇਹਦੇ ਵਿੱਚ ਅਸੀਂ ਕਰ ਸਕਦੇ ਹਾਂ। ਜਿਵੇਂ ਕੋਈ ਅੱਜ ਤੋਂ 100 ਸਾਲ ਪਹਿਲਾਂ, 50 ਸਾਲ ਪਹਿਲਾਂ ਕੋਈ ਥਿਊਰੀ ਕਿਸੇ ਨੇ ਬਿਲਡ ਕੀਤੀ, ਅਸੀਂ ਅੱਜ ਉਸ ਨੂੰ ਚੈਲੰਜ ਵੀ ਕਰ ਸਕਦੇ ਹਾਂ। ਜੇ ਉਹ ਥਿਊਰੀ ਸਹੀ ਸਾਨੂੰ ਦਿਖਾਈ ਦਿੰਦੀ ਹੈ ਸਾਡੇ ਰਿਜ਼ਲਟ ਦੇ ਅਨੁਸਾਰ ਤਾਂ ਅਸੀਂ ਉਸ ਨੂੰ ਸਹੀ ਮੰਨ ਸਕਦੇ ਹਾਂ, ਨਹੀਂ ਤਾਂ ਅਸੀਂ ਉਸ ਨੂੰ ਰਿਜੈਕਟ ਵੀ ਕਰ ਸਕਦੇ ਹਾਂ। ਜਿਵੇਂ ਹੋ ਸਕਦਾ ਕਿਸੇ ਨੇ 50 ਸਾਲ ਪਹਿਲਾਂ ਕੋਈ ਅਧਿਐਨ ਕੀਤਾ ਹੋਵੇ, ਰਿਸਰਚ ਕੀਤੀ ਹੋਵੇ ਕਿ ਜਿੱਥੇ ਤਾਨਾਸ਼ਾਹੀ ਸ਼ਾਸਨ ਹੁੰਦਾ ਹੈ ਉੱਥੇ ਉਹ ਲੰਬੇ ਸਮੇਂ ਲਈ ਆਪਣੀ ਸਟੇਟ ਦੇ ਲਈ ਖਤਰਨਾਕ ਸਿੱਧ ਹੁੰਦਾ। ਇੱਕ ਵਾਰੀ ਲੱਗਦਾ ਹੈ ਕਿ ਬੜੀ ਸਪੀਡ ਦੇ ਨਾਲ ਤਰੱਕੀ ਹੋ ਰਹੀ ਹੈ, ਪਰ ਲੰਬੇ ਸਮੇਂ ਦੇ ਲਈ, ਲੌਂਗ ਰਨ ਦੇ ਵਿੱਚ ਜਿਹੜੀ ਡਿਕਟੇਟਰਸ਼ਿਪ ਹੈ ਸਟੇਟ ਦੇ ਲਈ ਖਤਰਨਾਕ ਹੁੰਦੀ ਹੈ। ਅਤੇ ਅਸੀਂ ਉਸ ਦਾ ਉਲਟਾ ਇੱਕ ਪ੍ਰਕਲਪਨਾ ਬਣਾ ਲੈਂਦੇ ਹਾਂ ਕਿ ਇਸ ਦਾ ਕੋਈ ਫਰਕ ਨਹੀਂ ਪੈਂਦਾ। ਫਿਰ ਅਸੀਂ ਕੁਝ ਇਸ ਤਰ੍ਹਾਂ ਦੇ ਰਾਜਾਂ ਦਾ ਅਧਿਐਨ ਕਰਦੇ ਹਾਂ ਜਿੱਥੇ ਤਾਨਾਸ਼ਾਹੀ ਸ਼ਾਸਨ ਲੰਬਾ ਸਮਾਂ ਰਿਹਾ ਹੋਵੇ, ਅਤੇ ਫਿਰ ਅਸੀਂ ਦੇਖਦੇ ਹਾਂ ਕਿ ਕੀ ਉਹਨਾਂ 'ਤੇ ਨੈਗੇਟਿਵ ਪ੍ਰਭਾਵ ਪਿਆ ਜਾਂ ਉਹਨਾਂ ਦਾ ਜਿਹੜਾ ਵਰਕਿੰਗ ਹੈ ਉਹ ਨੋਰਮਲ ਹੈ ਦੂਸਰੀਆਂ ਡੈਮੋਕ੍ਰੇਟਿਕ ਸਟੇਟਸ ਦੇ ਵਾਂਗ। ਫਿਰ ਜਾਂ ਤਾਂ ਅਸੀਂ ਇਸ ਨੂੰ ਐਕਸੈਪਟ ਕਰਦੇ ਹਾਂ
ਜਿਹੜੀ ਪੁਰਾਣੀ ਥਿਊਰੀ ਹੈ, ਜਾਂ ਅਸੀਂ ਉਸ ਨੂੰ ਰਿਜੈਕਟ ਕਰਕੇ ਨਵੀਂ ਪ੍ਰਕਲਪਨਾ, ਨਵੇਂ ਹਾਈਪੋਥੀਸਿਸ ਨੂੰ ਜਨਮ ਦਿੰਦੇ ਹਾਂ ਕਿ ਨਹੀਂ, ਇਹ ਜਿਹੜੀ ਪੁਰਾਣੀ ਥਿਊਰੀ ਹੈ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੈ, ਹਮੇਸ਼ਾ ਠੀਕ ਨਹੀਂ ਹੁੰਦੀ, ਇਹ ਗਲਤ ਵੀ ਹੋ ਸਕਦੀ ਹੈ। ਤਾਨਾਸ਼ਾਹੀ ਰਾਜ ਜ਼ਰੂਰੀ ਨਹੀਂ ਕਿ ਖਤਰਨਾਕ ਹੀ ਹੋਵੇ। ਇਹ ਸਧਾਰਨੀਕਰਨ ਪ੍ਰਦਾਨ ਕਰਦਾ ਹੈ, ਜਨਰਲਾਈਜੇਸ਼ਨ ਪ੍ਰੋਵਾਈਡ ਕਰਦਾ ਹੈ, ਕਿਉਂਕਿ ਸੋਸ਼ਲ ਸਾਇੰਸਿਸ ਦੇ ਵਿੱਚ ਜਾਂ ਕਿਸੇ ਵੀ ਸਾਇੰਸ ਦੇ ਵਿੱਚ ਇਹ ਪੋਸੀਬਲ ਨਹੀਂ ਹੁੰਦਾ ਕਿ ਸਾਰੇ ਲੋਕਾਂ 'ਤੇ ਜਾਂ ਸਾਰੀਆਂ ਸੰਸਥਾਵਾਂ 'ਤੇ ਕੋਈ ਐਕਸਪੈਰੀਮੈਂਟ ਕਰਕੇ ਰਿਜ਼ਲਟ ਕੱਢਿਆ ਜਾਵੇ। ਇਹਦੇ ਵਿੱਚ ਕੁਝ ਸੈਂਪਲ ਲੈ ਕੇ ਉਸ ਦੀਆਂ ਦੇ ਗੁਣ ਔਗਣ ਨੂੰ ਚੈੱਕ ਕਰਕੇ ਫਿਰ ਅਸੀਂ ਉਸ ਨੂੰ ਜਨਰਲਾਈਜ਼ ਕਰ ਦਿੰਦੇ ਹਾਂ ਕਿ ਇਸ ਤਰ੍ਹਾਂ ਦੇ ਲੋਕਾਂ ਦਾ ਬਿਹੇਵੀਅਰ ਇਸ ਤਰ੍ਹਾਂ ਹੈ। ਜਿਵੇਂ ਅਸੀਂ ਕਿਸੇ ਚੌਲਾਂ ਦੇ ਪਤੀਲੇ ਦੇ ਵਿੱਚੋਂ ਥੋੜ੍ਹੇ ਜਿਹੇ ਚੌਲ ਲੈ ਕੇ ਟੇਸਟ ਕਰਕੇ ਦੱਸ ਦਿੰਦੇ ਹਾਂ ਕਿ ਚੌਲ ਪੱਕੇ ਨੇ ਜਾਂ ਕੱਚੇ ਨੇ, ਉਸੇ ਤਰ੍ਹਾਂ ਤੇ ਫਿਰ ਉਹਨੂੰ ਜਨਰਲਾਈਜ਼ ਕਰ ਦਿੰਦੇ ਹਾਂ ਕਿ ਨਹੀਂ ਅਜੇ ਕੱਚੇ ਨੇ, ਇਹਨੂੰ ਹੋਰ ਸੇਕ ਲਗਾਉਣ ਦੀ ਜ਼ਰੂਰਤ ਹੈ। ਉਸੇ ਤਰ੍ਹਾਂ ਕੰਪੈਰੇਟਿਵ ਮੈਥਡ ਹੈ ਜਿਹੜਾ ਕੁਝ ਰਾਜਾਂ ਦਾ, ਕੁਝ ਯੂਨਿਟਾਂ ਦਾ ਅਧਿਐਨ ਕਰਕੇ ਉਸ ਨੂੰ ਜਨਰਲਾਈਜ਼ ਕਰਦਾ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਸ ਤਰ੍ਹਾਂ ਦਾ ਬਿਹੇਵੀਅਰ ਸਾਹਮਣੇ ਆਉਂਦਾ ਹੈ, ਅਤੇ ਜੇ ਕਿਸੇ ਹੋਰ ਰਾਜ ਦੇ ਵਿੱਚ ਇਸ ਤਰ੍ਹਾਂ ਦਾ ਬਿਹੇਵੀਅਰ ਹੋਵੇਗਾ, ਇਸ ਤਰ੍ਹਾਂ ਦੇ ਤੱਥ ਹੋਣਗੇ, ਤਾਂ ਇਸੇ ਤਰ੍ਹਾਂ ਦਾ ਬਿਹੇਵੀਅਰ ਉੱਥੇ ਵੀ ਸਾਹਮਣੇ ਆਵੇਗਾ। ਇਹ ਪ੍ਰਭਾਵ ਪਾਉਣ ਵਾਲੇ ਕਿਸੇ ਸੁਤੰਤਰ ਕਾਰਕ ਦਾ ਅਧਿਐਨ ਸੰਭਵ ਬਣਾਉਂਦਾ ਹੈ। ਕੰਪੈਰੇਟਿਵ ਪੋਲਿਟਿਕਸ ਦੇ ਮੈਥਡ ਦੇ ਵਿੱਚ ਉਹਨਾਂ ਸਾਰੇ ਤੱਥਾਂ ਦਾ ਅਧਿਐਨ ਕੀਤਾ ਜਾਂਦਾ ਹੈ ਜਿਹੜੇ ਵੀ ਪੋਲਿਟਿਕਸ ਦੀ ਵਰਕਿੰਗ ਨੂੰ ਪ੍ਰਭਾਵਿਤ ਕਰਦੇ ਨੇ, ਚਾਹੇ ਉਹ ਫਾਰਮਲ ਐਲੀਮੈਂਟਸ ਹੋਣ, ਚਾਹੇ ਉਹ ਇਨਫਾਰਮਲ ਐਲੀਮੈਂਟਸ ਹੋਣ, ਜਿਵੇਂ ਪ੍ਰੈਸ਼ਰ ਗਰੁੱਪਸ, ਸੋਸ਼ਲ ਆਰਗੇਨਾਈਜੇਸ਼ਨ, ਪੋਲੀਟੀਕਲ ਪਾਰਟੀਜ਼, ਇਹ ਸਾਰੇ ਨੇ ਜਿਹੜੇ ਇਹਨਾਂ ਨੂੰ ਇਨਫਾਰਮਲ ਗਰੁੱਪ ਕਿਹਾ ਜਾਂਦਾ ਹੈ। ਇਹਨਾਂ ਸਾਰੇ ਇਨਫਾਰਮਲ ਗਰੁੱਪਸ ਦਾ ਅਧਿਐਨ ਵੀ ਕੰਪੈਰੇਟਿਵ ਮੈਥਡ ਦੇ ਥਰੂ ਕੀਤਾ ਜਾਂਦਾ ਹੈ ਕਿ ਉਹ ਆਪਣੇ ਪੋਲੀਟੀਕਲ ਸਿਸਟਮ ਦੀ ਵਰਕਿੰਗ 'ਤੇ ਕੀ ਪ੍ਰਭਾਵ ਪਾ ਰਹੇ ਹਨ। ਇਹਨਾਂ ਸਾਰੇ ਤੱਥਾਂ ਦੇ ਅਧਿਐਨ ਦੇ ਨਾਲ ਜਿਹੜਾ ਕੰਪੈਰੇਟਿਵ ਪੋਲਿਟਿਕਸ ਦਾ ਵਿਸ਼ਾ ਹੈ ਉਹ ਇੱਕ ਵਾਈਡਰ ਵਿਸ਼ਾ ਬਣ ਜਾਂਦਾ ਹੈ ਅਤੇ ਇੱਕ ਕੰਪਲੀਟ ਵਿਸ਼ਾ ਬਣ ਜਾਂਦਾ ਹੈ। ਅਤੇ ਲਾਸਟ 'ਤੇ ਅਸੀਂ ਇਹ ਸਾਰੇ ਜਿਹੜੇ ਵਿਸ਼ੇਸ਼ਤਾਵਾਂ ਨੇ ਕੰਪੈਰੇਟਿਵ ਮੈਥਡ ਦੀਆਂ, ਇਹਨਾਂ ਦਾ ਅਧਿਐਨ ਕਰਨ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚ ਸਕਦੇ ਹਾਂ ਕਿ ਇਹ ਜਿਹੜੀ ਵਿਧੀ ਹੈ, ਤੁਲਨਾਤਮਕ ਵਿਧੀ, ਜਦੋਂ ਤੋਂ ਇਸ ਦੀ ਪ੍ਰੋਪਰ ਤਰੀਕੇ ਨਾਲ ਕੰਪੈਰੇਟਿਵ ਪੋਲਿਟਿਕਸ ਦੇ ਵਿੱਚ ਵਰਤੋਂ ਸ਼ੁਰੂ ਹੋਈ ਹੈ, ਇਸ ਨੇ ਕੰਪੈਰੇਟਿਵ ਪੋਲਿਟਿਕਸ ਨੂੰ ਵਧੇਰੇ ਵਿਗਿਆਨਕ ਬਣਾਇਆ ਹੈ, ਵਧੇਰੇ ਉਪਯੋਗੀ ਬਣਾਇਆ ਹੈ, ਵਧੇਰੇ ਇੰਟਰਸਟਿੰਗ ਬਣਾਇਆ ਹੈ। ਇਸ ਵਿਧੀ ਅਨੁਸਾਰ ਜਦੋਂ ਅਸੀਂ ਅਧਿਐਨ ਕਰਦੇ ਹਾਂ ਤਾਂ ਅਸੀਂ ਇਕਾਈਆਂ ਦੇ ਜਾਂ ਕਹਿ ਲਈਏ ਅਸੀਂ ਰਾਜਾਂ ਦੇ ਕੇਵਲ ਫਾਰਮਲ ਸਟਰਕਚਰ ਦੀ ਨਹੀਂ, ਇਨਫਾਰਮਲ ਸਟਰਕਚਰ ਦਾ ਵੀ ਅਧਿਐਨ ਕਰਦੇ ਹਾਂ। ਜਿਵੇਂ ਅਸੀਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਪ੍ਰੈਸ਼ਰ ਗਰੁੱਪਸ ਹੁੰਦੇ ਨੇ, ਪੋਲੀਟੀਕਲ ਪਾਰਟੀਜ਼ ਹੁੰਦੀਆਂ ਨੇ, ਸੋਸ਼ਲ ਆਰਗੇਨਾਈਜੇਸ਼ਨ ਹੁੰਦੀਆਂ ਨੇ, ਸਾਰੀਆਂ ਹੀ ਪੋਲੀਟਿਕਸ ਨੂੰ ਪ੍ਰਭਾਵਿਤ ਕਰਦੀਆਂ ਨੇ, ਸਾਰਿਆਂ ਦਾ ਹੀ ਅਸੀਂ ਇਹਦੇ ਵਿੱਚ ਐਨਾਲਿਸਿਸ ਕਰਦੇ ਹਾਂ। ਇਸ ਲਈ ਇਸ ਸਿਸਟਮ ਦੇ ਨਾਲ, ਇਸ ਮੈਥਡ ਦੇ ਨਾਲ ਜਿਹੜਾ ਅਧਿਐਨ ਕੀਤਾ ਜਾਂਦਾ ਹੈ ਉਹ ਅਧਿਐਨ ਸਿਸਟਮੈਟਿਕ ਹੁੰਦਾ ਹੈ, ਜ਼ਿਆਦਾ ਜਾਣਕਾਰੀ ਪ੍ਰਦਾਨ ਕਰਨ ਦੇ ਸਮਰੱਥ ਹੁੰਦਾ ਹੈ, ਅਤੇ ਅਸੀਂ ਭਰੋਸੇਯੋਗ ਸਿਧਾਂਤ ਨਿਸ਼ਚਿਤ ਕਰ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਬਿਹੇਵੀਅਰ ਹੈ ਜਿਹੜਾ ਅੱਗੇ ਉਸ ਤਰ੍ਹਾਂ ਦੇ ਬਿਹੇਵੀਅਰ ਨੂੰ ਜਨਮ ਦੇਵੇਗਾ। ਕਿਸੇ ਰਾਜ ਦਾ ਬਸਤੀਵਾਦੀ ਇਤਿਹਾਸ ਹੈ ਤਾਂ ਉੱਥੇ ਕਰਪਸ਼ਨ ਦੇ ਚਾਂਸ ਜ਼ਿਆਦਾ ਹੋਣਗੇ, ਜਾਂ ਕਿਤੇ ਕਮਿਊਨਲਿਜ਼ਮ ਜ਼ਿਆਦਾ ਹੈ ਤਾਂ ਉੱਥੇ ਪੋਲੀਟੀਕਲ ਇਨਸਟੇਬਿਲਿਟੀ ਦੇ ਚਾਂਸ ਜ਼ਿਆਦਾ ਹੋਣਗੇ। ਇਸ ਤਰ੍ਹਾਂ ਦੇ ਸਿਧਾਂਤ ਅਸੀਂ ਨਿਸ਼ਚਿਤ ਕਰ ਸਕਦੇ ਹਾਂ ਕੰਪੈਰੇਟਿਵ ਮੈਥਡ ਦੀ ਵਿਧੀ ਦੀ ਵਰਤੋਂ ਕਰਕੇ। ਬਹੁਤ ਬਹੁਤ ਧੰਨਵਾਦ। ਸਿੱਖਦੇ ਰਹੋ, ਅੱਗੇ ਵਧਦੇ ਰਹੋ। ਸ਼ੁਕਰੀਆ।